ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਸੇਵਾਦਾਰ ਸੀ, ਭਾਈ ਸੋਭਾ ਰਾਮ। ਸੱਚੇ ਪਾਤਸ਼ਾਹ ਨੂੰ ਚੌਰ ਸਾਹਿਬ ਦੀ ਸੇਵਾ ਕਰਦਾ ਹੁੰਦਾ ਸੀ, ਪਰ ਉਹ ਰੁੱਖਾ ਬੋਲਦਾ ਸੀ, ਮੂੰਹ ਦਾ ਰੁੱਖਾ ਸੀ, ਬਚਨ ਕੌੜੇ ਬੋਲਦਾ ਸੀ ਮੁੱਖ ਦੇ ਵਿੱਚੋਂ। ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਕਿਹਾ ਕਰਦੇ ਸਨ ਕਿ ਜਿਹੜੀ ਸਾਡੇ ਮੂੰਹ ਦੇ ਵਿੱਚ ਜ਼ੁਬਾਨ ਹੈ, ਇਹ 4 ਉਂਗਲਾਂ ਦਾ ਸਾਧ ਸੰਗਤ ਮਾਸ ਦਾ ਲੋਥੜਾ, ਇਹ 4 ਪਾਪ ਕਮਾਉਂਦਾ ਹੈ। ਗਿਆਨੀ ਜੀ ਕਹਿੰਦੇ ਹੁੰਦੇ ਸੀ, ਇੱਕ ਪਾਪ ਆ ਵਿਅਰਥ ਬੋਲਣਾ, ਜ਼ੁਬਾਨ ਦੇ ਨਾਲ ਲੋੜ ਤੋਂ ਜ਼ਿਆਦਾ ਬੋਲਣਾ, ਇਹ ਵੀ ਪਾਪ ਆ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ। ਗਰੀਬ ਨਵਾਜ ਕਹਿੰਦੇ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਭਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਭਗਤ ਲੋੜ ਤੋਂ ਜ਼ਿਆਦਾ ਨਹੀਂ ਬੋਲਦੇ। ਗੁਰਸਿੱਖ ਨੂੰ ਲੋੜ ਮੁਤਾਬਕ ਹੀ ਬੋਲਣਾ ਚਾਹੀਦਾ। ਸੱਚੇ ਪਾਤਸ਼ਾਹ ਮਹਾਰਾਜ ਰਹਿਮਤ ਕਿਰਪਾ ਕਰਨ। ਦੂਸਰਾ ਪਾਪ ਜ਼ੁਬਾਨ ਦੇ ਦੁਆਰਾ ਫਿੱਕਾ ਬੋਲਣਾ, ਤੇ ਤੀਸਰਾ ਪਾਪ ਮਹਾਰਾਜ ਦੀ ਬਾਣੀ ਵਿੱਚ ਵੀ ਲਿਖੇ ਨੇ ਇਹ ਬਚਨ, ਇਹਦੇ ਨਾਲ ਹੀ ਮਿਲਦਾ ਜੁਲਦਾ ਕੌੜਾ ਬੋਲਣਾ। ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਵੀ ਇਹਦਾ ਜ਼ਿਕਰ ਕੀਤਾ, ਤੇ ਮਹਾਰਾਜ ਦੀ ਬਾਣੀ ਵਿੱਚ ਵੀ ਲਿਖੇ ਬਚਨ। ਗਰੀਬ ਨਵਾਜ ਬਾਣੀ ਵਿੱਚ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਹੈ ਉਹਨੂੰ ਇਹ ਕੰਮ ਨਹੀਂ ਆਉਂਦਾ, ਇੱਕੋ ਕੰਮ ਨਹੀਂ ਆਉਂਦਾ ਜਿਹੜਾ ਸਾਰਾ ਕੁਝ ਕਰ ਸਕਦਾ। ਕੌੜਾ ਬੋਲਣਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਵਾਹਿਗੁਰੂ ਨੂੰ ਕੌੜਾ ਬੋਲ ਨਹੀਂ ਬੋਲਣਾ ਆਉਂਦਾ। ਇਸ ਲਈ ਗੁਰਸਿੱਖ ਨੂੰ ਕੌੜਾ ਬੋਲਣਾ ਜਿਹੜਾ ਉਹ ਸਾਧ ਸੰਗਤ ਉਹਦੇ ਵਾਸਤੇ ਠੀਕ ਨਹੀਂ, ਇਹ ਗੁਰੂ ਸਾਹਿਬ ਨੂੰ ਨਹੀਂ ਪਾਉਂਦਾ। ਚੌਥਾ ਪਾਪ ਹੁੰਦਾ ਜ਼ਬਾਨ ਦੇ ਦੁਆਰਾ ਜੋ ਮਿਥਿਆ ਬੋਲਣਾ, ਝੂਠ ਬੋਲਣਾ। ਮਹਾਰਾਜ ਦੇ ਬਚਨ ਹਨ ਕਿ ਝੂਠ ਨਹੀਂ ਬੋਲਣਾ ਚਾਹੀਦਾ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇਸ ਤਰ੍ਹਾਂ ਇਹ ਫਿੱਕਾ ਬੋਲਦਾ ਹੁੰਦਾ ਸੀ, ਪਰ ਸੇਵਾਦਾਰ ਸੀ ਮਹਾਰਾਜ ਦਾ ਭਾਈ ਸੋਭਾ ਰਾਮ। ਖੈਰ ਸਾਧ ਸੰਗਤ ਇਸ ਤਰ੍ਹਾਂ ਉਹਦਾ ਸੁਭਾਅ ਬਣਿਆ ਹੋਇਆ ਸੀ। ਕਈ ਹੁੰਦੇ ਨੇ ਗੁਰੂ ਘਰ ਵਿੱਚ ਸੇਵਾ ਕਰਦੇ ਨੇ, ਡੇਰਿਆਂ ਵਿੱਚ ਰਹਿੰਦੇ ਸੇਵਾ ਕਰਦੇ, ਪਰ ਫਿੱਕਾ ਬੋਲਦੇ ਨੇ, ਗਾਲਾਂ ਕੱਢਦੇ ਨੇ। ਮਹਾਰਾਜ ਨੇ ਬਾਣੀ ਵਿੱਚ ਆਖਿਆ ਹੈ, ਫਿੱਕਾ ਦਰਗਾਹ ਸੱਟੀਐ ਮੂੰਹ ਥੁੱਕਾਂ ਫਿੱਕੇ ਪਾਏ। ਇਹਦਾ ਮਤਲਬ ਅਸੀਂ ਬਾਣੀ ਜੋ ਆ ਉਹ ਕਮਾਉਂਦੇ ਨਹੀਂ, ਗਾਉਂਦੇ ਹਾਂ, ਗਾਉਂਦੇ ਬਹੁਤ ਵਧੀਆ, ਪਰ ਫਿੱਕਾ ਬੋਲਦੇ ਹਾਂ ਜਦੋਂ, ਤੇ ਇਹਦਾ ਮਤਲਬ ਸ਼ਲੋਕ ਪੜ੍ਹਦੇ ਹਾਂ ਇਹਨੂੰ ਕਮਾਉਂਦੇ ਨਹੀਂ। ਇਸ ਤਰ੍ਹਾਂ ਫਿੱਕਾ ਬੋਲਦਾ ਸੀ ਬਹੁਤ ਜ਼ਿਆਦਾ। ਕਈ ਵਾਰਾਂ ਗੁਰਸਿੱਖਾਂ ਨੇ ਸਮਝਾਇਆ, ਪ੍ਰੇਮੀਆ ਤੂੰ ਫਿੱਕਾ ਨਾ ਬੋਲਿਆ ਕਰ, ਮਾੜਾ ਨਾ ਬੋਲਿਆ ਕਰ, ਪਰ ਉਹਦਾ ਸੁਭਾਅ ਸੀ ਇੱਦਾਂ। ਇਸ ਤਰ੍ਹਾਂ ਲਿਖਿਆ ਇਤਿਹਾਸ ਵਿੱਚ ਕਿ ਪ੍ਰਸ਼ਾਦ ਵੰਡ ਰਿਹਾ ਸੀ ਇੱਕ ਦਿਨ, ਗੁਰੂ ਮਹਾਰਾਜ ਉੱਠ ਕੇ ਚਲੇ ਗਏ ਦੀਵਾਨ ਵਿੱਚੋਂ, ਦੀਵਾਨ ਦੀ ਸਮਾਪਤੀ ਹੋ ਗਈ। ਸੰਗਤਾਂ ਵਿੱਚ ਪ੍ਰਸ਼ਾਦ ਵੰਡੀ ਜਾਂਦਾ ਹੈ ਭਾਈ ਸੋਭਾ ਰਾਮ, ਤੇ ਇਸ ਤਰ੍ਹਾਂ ਨਾਲ ਇੱਕ ਗੁਰਸਿੱਖ ਆਇਆ। ਉਹ ਗੁਰਸਿੱਖ ਦੇ ਬਾਰੇ ਲਿਖਿਆ, ਉਹ ਅਭੇਦ ਅਵਸਥਾ ਦਾ ਮਾਲਕ ਸੀ, ਗੁਰੂ ਦਾ ਸਿੱਖ ਸੀ, ਹਰ ਵਕਤ ਸਿਮਰਨ ਕਰਨ ਵਾਲਾ। ਉਹਦਾ ਨਾਂ ਸੀ ਭਾਈ ਧੰਨਾ। ਉਹ ਆਪਣਾ ਦਸਵੰਧ ਕੱਢ ਕੇ ਗੱਡਾ ਭਰ ਕੇ ਗੁਰੂ ਕੇ ਲੰਗਰ ਵੱਲ ਲਿਆ ਰਿਹਾ ਸੀ। ਜਿਸ ਵਕਤ ਗੁਰੂ ਦਰਬਾਰ ਵਿੱਚ ਆਇਆ, ਉੱਥੇ ਨਮਸਕਾਰ ਕੀਤੀ, ਅੰਦਰ ਦੇਖਿਆ ਪ੍ਰਸ਼ਾਦ ਵੰਡਿਆ ਜਾ ਰਿਹਾ। ਮਨ 'ਚ ਆਇਆ ਕਿ ਗੁਰੂ ਨੂੰ ਲੱਗਿਆ ਹੋਇਆ ਭੋਗ, ਉਹਦਾ ਜੇ ਇੱਕ ਕਿਣਕਾ ਮਿਲ ਜਾਏ ਤਾਂ ਇਹਦੇ ਨਾਲੋਂ ਵੱਡੀ ਦੁਨੀਆ ਦੀ ਕੋਈ ਦੌਲਤ ਨਹੀਂ। ਬੜੀ ਸ਼ਰਧਾ ਨਾਲ ਬਲਦਾਂ ਨੂੰ ਰੋਕ ਕੇ ਗੱਡੇ ਦੇ ਉੱਤੇ ਹੀ ਰੱਸੇ ਰੱਖ ਕੇ, ਤੇ ਇਸ ਤਰ੍ਹਾਂ ਨਾਲ ਉਹ ਆਇਆ, ਤੇ ਆ ਕੇ ਭਾਈ ਧੰਨਾ ਸੰਗਤ ਦੇ ਵਿੱਚ ਪ੍ਰਸ਼ਾਦ ਲੈਣ ਦੀ ਮਨਸ਼ਾ ਦੇ ਨਾਲ ਬੈਠ ਗਿਆ। ਉਹਦੇ ਸਾਧ ਸੰਗਤ ਧੂੜ ਪਈ ਹੋਈ ਹੈ ਭਾਈ ਧੰਨਾ ਜੀ ਦੇ ਉੱਪਰ,
ਧੂੜ ਪਈ ਹੋਈ ਹੈ, ਮਿੱਟੀ ਦਸਤਾਰ ਜੋ ਹੈ ਉਹ ਧੂੜ ਨਾਲ ਲੱਥ-ਪੱਥ ਹੋਈ ਹੈ, ਦਾੜਾ ਧੂੜ ਨਾਲ ਭਰਿਆ ਪਿਆ, ਪਛਾਣਿਆ ਨਹੀਂ ਜਾਂਦਾ। ਉਸੇ ਵੇਲੇ ਗੁਰੂ ਦਰਬਾਰ ਵਿੱਚ ਇੱਕ ਪਾਸੇ ਹੋ ਕੇ ਖੜ ਗਿਆ। ਪ੍ਰਸ਼ਾਦ ਵਾਲਾ ਆਇਆ, ਦੋਵੇਂ ਹੱਥ ਕਰ ਦਿੱਤੇ ਅੱਗੇ ਕਿ ਮੈਨੂੰ ਪ੍ਰਸ਼ਾਦ ਦਿਓ। ਨਾਲੇ ਬਲਦਾਂ ਵੱਲ ਵੇਖੀ ਜਾਂਦਾ ਕਿ ਗੱਡਾ ਨਾ ਕਿਤੇ ਤੁਰ ਪਵੇ, ਤੇ ਉਹ ਪ੍ਰਸ਼ਾਦ ਦਿੰਦਾ ਦਿੰਦਾ ਦੂਜੇ ਪਾਸੇ ਚਲਾ ਗਿਆ। ਇਸ ਤਰ੍ਹਾਂ ਨਾਲ ਸਾਧ ਸੰਗਤ ਇਹ ਭਾਈ ਸ਼ੋਭਾ ਰਾਮ ਪ੍ਰਸ਼ਾਦ ਵੰਡ ਰਿਹਾ ਹੈ। ਦਿੰਦਿਆਂ ਦਿੰਦਿਆਂ ਪ੍ਰਸ਼ਾਦ ਦੂਜੇ ਬੰਨੇ ਚਲਾ ਗਿਆ। ਫਿਰ ਉਹ ਦੂਸਰੇ ਪਾਸੇ ਆਇਆ, ਧੰਨਾ ਰਾਮ ਤੇ ਸ਼ੋਭਾ ਰਾਮ ਫਿਰ ਦੂਜੇ ਬੰਨੇ ਚਲਾ ਗਿਆ। ਇਸ ਤਰ੍ਹਾਂ 4 ਵਾਰੀ ਹੋ ਗਿਆ। ਫਿਰ ਅਖੀਰ ਨੂੰ ਸ਼ੋਭਾ ਰਾਮ ਨੇ ਮੁੱਖ ਦੇ ਵਿੱਚੋਂ ਬੜਾ ਫਿੱਕਾ ਬੋਲ ਬੋਲਿਆ ਭਾਈ ਧੰਨਾ ਰਾਮ ਨੂੰ, ਜਿਹੜੇ ਬਹੁਤ ਉੱਚੀ ਅਵਸਥਾ ਦੇ ਮਾਲਕ ਗੁਰੂ ਦੇ ਸਿੱਖ ਸਨ। ਉਹਨਾਂ ਨੂੰ ਆਖਿਆ, ਰਿਛ ਵਾਂਗ ਟੱਪੀ ਜਾਣਾ, ਟੇਕੇ ਨਹੀਂ ਬੈਠ ਹੁੰਦਾ ਤੇਰੇ ਤੋਂ। ਇਸ ਤਰ੍ਹਾਂ ਨਾਲ ਉਹਨਾਂ ਨੇ ਅੱਗੋਂ ਜਵਾਬ ਦਿੱਤਾ, ਕਹਿੰਦੇ ਪ੍ਰੇਮੀਆਂ, ਮੈਂ ਤੇ ਰਿਛ ਵਾਂਗ ਨਹੀਂ ਟੱਪਦਾ, ਪਰ ਤੂੰ ਹੀ ਟੱਪਦਾ ਹੈ। ਰਿਛ ਤਾਂ ਤੂੰ ਹੀ ਹੈ। ਚੰਗਾ ਨਾਂ ਦੇ ਪ੍ਰਸ਼ਾਦ। ਥੋੜ੍ਹਾ ਜਿਹਾ ਪ੍ਰਸ਼ਾਦ ਥੱਲੇ ਡਿੱਗਿਆ ਪਿਆ ਸੀ, ਉਹਨੇ ਉਹ ਚੁੱਕਿਆ, ਧੰਨਵਾਦ ਕੀਤਾ ਮਾਲਕ ਦਾ, ਭੱਜ ਕੇ ਜਾ ਬਲਦਾਂ ਵਾਲੇ ਗੱਡੇ ਦੇ ਉੱਤੇ ਜੋ ਬਲਦ ਤੁਰ ਪਏ ਸੀ ਉਹਨਾਂ ਨੂੰ ਰੋਕਿਆ, ਸ਼ੁਕਰ ਕੀਤਾ ਮਹਾਰਾਜ ਦਾ, ਚਲੋ ਇੱਕ ਕਿਣਕਾ ਮਿਲ ਗਿਆ। ਇਸ ਤਰ੍ਹਾਂ ਸਾਧ ਸੰਗਤ ਜਿਹੜਾ ਮੁੱਖ ਦੇ ਵਿੱਚੋਂ ਕਿਹਾ ਹੋਇਆ ਬੋਲ ਹੈ ਕਮਾਈ ਵਾਲੇ ਦੇ, ਉਹ ਕਦੇ ਵਿਅਰਥ ਨਹੀਂ ਜਾਂਦਾ। ਸਮਾਂ ਬੀਤ ਗਿਆ, ਗੁਰਸਿੱਖ ਚੜ੍ਹਾਈ ਕਰ ਗਿਆ, ਭਾਈ ਸ਼ੋਭਾ ਰਾਮ ਚੜ੍ਹਾਈ ਕਰ ਗਿਆ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ਼ਹੀਦੀ ਪਾ ਗਏ। ਸ਼ਹੀਦੀ ਦਾ ਜੋ ਕਾਰਨ ਹੈ, ਕਲਗੀਧਰ ਪਿਤਾ ਮਹਾਰਾਜ ਲਿਖਦੇ ਬਚਨ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ। ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਹੀਦੀ ਦਿੱਤੀ। ਉਸ ਤੋਂ ਬਾਅਦ ਕਿਸ਼ੋਰ ਅਵਸਥਾ ਦੇ ਵਿੱਚ ਸਨ ਧੰਨ ਗੁਰੂ ਕਲਗੀਧਰ ਪਿਤਾ ਮਹਾਰਾਜ ਜਦੋਂ ਗੱਦੀ ਤੇ ਬੈਠੇ ਨੇ। ਇੱਕ ਦਿਨ ਦੀ ਗੱਲ ਹੈ, ਇੱਕ ਮਦਾਰੀ ਆਇਆ ਰਿਛ ਲੈ ਕੇ। ਰਿਛ ਤਮਾਸ਼ੇ ਵਿਖਾਉਂਦਾ ਹੈ ਮਹਾਰਾਜ ਦੇ ਦਰਬਾਰ ਵਿੱਚ। ਸਤਿਗੁਰੂ ਦੀ ਮੌਜ। ਮਹਾਰਾਜ ਨੇ ਬੁਲਾ ਲਿਆ ਉਹਨੂੰ ਦਰਬਾਰ ਦੇ ਵਿੱਚ, ਕਿਹਾ ਵਿਖਾਓ ਤਮਾਸ਼ਾ। ਇੱਕ ਤਮਾਸ਼ੇ ਵਿਖਾਉਂਦਾ ਹੈ। ਸਤਿਗੁਰੂ ਮਹਾਰਾਜ ਨੇ ਕੌਤਕ ਰਚਿਆ। ਇਸ ਤਰ੍ਹਾਂ ਕਦੇ ਉਹ ਰਿਛ ਘੋਲ ਕਰਦਾ ਹੈ, ਕਦੇ ਕੁਛ ਹੋਰ ਕਰਦਾ ਹੈ। ਸਾਰੇ ਸਿੰਘ ਜਿੰਨੇ ਬੈਠੇ ਸੀ ਸਾਰੇ ਹੱਸਦੇ ਨੇ। ਇਹ ਸਾਰਾ ਤਮਾਸ਼ਾ ਵੇਖ ਕੇ ਮਹਾਰਾਜ ਵੀ ਮੁਸਕਰਾਉਂਦੇ ਨੇ, ਕਦੇ ਕਦਾਈ ਖਿੜ ਕੇ ਹੱਸ ਪੈਂਦੇ ਨੇ। ਇਸ ਤਰ੍ਹਾਂ ਮਹਾਰਾਜ ਨੂੰ ਉਸ ਵਕਤ ਜਿਹੜਾ ਚੌਰ ਸਾਹਿਬ ਦੀ ਸੇਵਾ ਕਰ ਰਿਹਾ, ਕਲਗੀਧਰ ਪਿਤਾ ਮਹਾਰਾਜ ਨੂੰ ਚੌਰ ਸਾਹਿਬ ਕਰ ਰਿਹਾ ਭਾਈ, ਉਹਦਾ ਨਾਂ ਸੀ ਭਾਈ ਕੀਰਤੀਆ। ਭਾਈ ਕੀਰਤੀਆ ਮਹਾਰਾਜ ਨੂੰ ਚੌਰ ਕਰੀ ਜਾਂਦਾ ਹੈ। ਇਹ ਵੀ ਨਾਲ ਜ਼ੋਰ ਦੀ ਹੱਸਿਆ। ਮਹਾਰਾਜ ਨੇ ਭਾਈ ਕੀਰਤੀਏ ਨੂੰ ਆਖਿਆ, ਭਾਈ ਕੀਰਤੀਆ ਤੂੰ ਨਾ ਹੱਸ, ਬਾਕੀਆਂ ਨੂੰ ਹੱਸ ਲੈਣ ਦੇ। ਇਹਨੇ ਆਖਿਆ, ਸੱਚੇ ਪਾਤਸ਼ਾਹ ਮੈਂ ਕਿਉਂ ਨਾ ਹੱਸਾਂ। ਸਤਿਗੁਰੂ ਕਹਿੰਦੇ, ਇਹ ਤੇਰਾ ਬਾਪੂ ਹੈ, ਪਛਾਣਿਆ ਨਹੀਂ ਤੂੰ। ਕਹਿੰਦਾ, ਮੇਰਾ ਬਾਪੂ ਸੱਚੇ ਪਾਤਸ਼ਾਹ ਤੁਹਾਡੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਸਨ, ਉਹਨਾਂ ਦਾ ਚੌਰ ਬਰਦਾਰ ਸੀ ਮੇਰਾ ਪਿਤਾ। ਇਹ ਸਭ ਤੋਂ ਉੱਤਮ ਸੇਵਾ ਹੈ, ਚੌਰ ਗੁਰੂ ਮਹਾਰਾਜ ਦਾ ਕਰਨਾ, ਗੁਰੂ ਮਹਾਰਾਜ ਦੇ ਹਰ ਵਕਤ ਦਿਦਾਰੇ ਕਰਨੇ। ਐਡੀ ਉੱਤਮ ਸੇਵਾ ਕਰਕੇ ਮਹਾਰਾਜ ਜੀ ਉਹ ਰਿਛ ਬਣ ਗਿਆ। ਫਿਰ ਮੈਂ ਕੀ ਬਣਾਂਗਾ, ਮੈਂ ਬਾਂਦਰ ਬਣਾਂਗਾ। ਚੌਰ ਮਹਾਰਾਜ ਦੇ ਅੱਗੇ ਰੱਖ ਦਿੱਤਾ। ਸੱਚੇ ਪਾਤਸ਼ਾਹ ਦੀ ਆਰਜੂ ਬਹੁਤ ਛੋਟੀ ਹੈ, ਕਿਸ਼ੋਰ ਅਵਸਥਾ ਵਿੱਚ ਨੇ ਮਹਾਰਾਜ। ਤੇ ਇਹ ਖਿੱਝ ਗਿਆ, ਕਿਉਂਕਿ ਇਹ ਮਰਿਆ ਹੋਇਆ ਸਿੱਖ ਨਹੀਂ ਸੀ, ਜਿਉਂਦਾ ਸਿੱਖ ਸੀ। ਭਾਵ ਮਨ ਕਰਕੇ ਨਹੀਂ ਸੀ ਅਜੇ ਮਰਿਆ, ਇਹਦੇ ਉੱਤੇ ਨਾਮ ਦਾ ਰੰਗ ਨਹੀਂ ਸੀ ਚੜ੍ਹਿਆ। ਤੇ ਗੁੱਸੇ 'ਚ ਆ ਗਿਆ। ਤੇ ਮਹਾਰਾਜ ਕਹਿੰਦੇ, ਇਹ ਕੋਈ ਗੱਲ ਨਹੀਂ ਬਣਦੀ, ਤੂੰ ਪੁੱਛ ਵੀ ਕੀ ਕਾਰਨ ਹੋਇਆ, ਤੂੰ ਤੇ ਚੌਰ ਰੱਖ ਕੇ ਜਾ ਰਿਹਾ, ਬੇਮੁਖ ਹੋ ਜਾਏਗਾ। ਜਿਹੜਾ ਸਾਧ ਸੰਗਤ ਗੁਰਾਂ ਤੋਂ ਬੇਮੁਖ ਹੋ ਜਾਂਦਾ ਨਾ, ਆਪਾਂ ਬਚਨ ਪੜ੍ਹਦੇ ਨਿਤਨੇਮ ਦੀ ਬਾਣੀ ਆਨੰਦ ਸਾਹਿਬ ਵਿੱਚ ਮਹਾਰਾਜ ਜੀ ਕਹਿੰਦੇ ਨੇ, ਜੇ ਕੋ ਗੁਰ ਤੇ ਬੇਮੁਖ ਹੋਏ, ਬਿਨ ਸਤਿਗੁਰ ਮੁਕਤ ਨਾ ਪਾਵੈ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ।
ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਸਾਧ ਸੰਗਤ ਇਸ ਤਰ੍ਹਾਂ ਨਾਲ ਸਾਹਿਬ ਨੇ ਆਖਿਆ ਸਾਡੇ ਤੋਂ ਪੁੱਛ। ਫਿਰ ਇਹਨੇ ਪੁੱਛਿਆ ਮਹਾਰਾਜ ਉਹਨਾਂ ਨੇ ਕੀ ਐਸਾ ਕੰਮ ਕਰ ਲਿਆ? ਤੇ ਗਰੀਬ ਨਵਾਜ ਨੇ ਫਿਰ ਦੱਸਿਆ ਕੋਈ ਅਭੇਦ ਅਵਸਥਾ ਦਾ ਮਾਲਕ ਸੀ, ਕੋਈ ਗੁਰੂ ਦਾ ਸਿੱਖ, ਨਾਮ ਰਤੜਾ। ਉਹਦੀ ਉਹਨੇ ਨਿਰਾਦਰੀ ਕੀਤੀ ਸੀ ਤੇਰੇ ਪਿਤਾ ਸੋਭਾ ਰਾਮ ਨੇ। ਇਸ ਤਰ੍ਹਾਂ ਨਾਲ ਜਿਹੜਾ ਨਿਰਾਦਰੀ ਕਰਦਾ ਹੈ, ਖਾਸ ਕਰਕੇ ਸੰਤ ਦੀ, ਕੋਈ ਪੂਰਨ ਗੁਰਸਿੱਖ ਦੀ ਨਿਰਾਦਰੀ, ਉਹਨੂੰ ਸੁੱਖ ਨਹੀਂ ਮਿਲਦਾ। ਸਾਹਿਬ ਦੀ ਬਾਣੀ ਦਾ ਬਚਨ ਹੈ, ਸਾਹਿਬ ਕਹਿੰਦੇ ਸੁੱਖ ਨਾ ਪਾਇਨ ਮੁਗਧ ਨਰ, ਸੰਤ ਨਾਲ ਖਹੰਦੇ। ਜਿਹੜਾ ਬੇਮਤਲਬੀ ਸੰਤ ਦੇ ਨਾਲ ਖਹਿੰਦਾ ਹੈ, ਕਲੇਸ਼ ਕਰਦਾ ਹੈ। ਸਾਧ ਸੰਗਤ ਬੜੀਆਂ ਮਿਸਾਲਾਂ ਨੇ ਗੁਰੂ ਘਰ ਵਿੱਚ, ਉਹ ਕਦੇ ਸੁੱਖ ਨਹੀਂ ਪਾ ਸਕਦਾ। ਇਸ ਤਰ੍ਹਾਂ ਸਤਿਗੁਰੂ ਨੇ ਆਖਿਆ ਭਾਈ ਕੀਰਤੀਆ ਤੇਰਾ ਪਿਤਾ ਫਿੱਕਾ ਬੋਲਦਾ ਸੀ। ਤੇ ਇਸ ਤਰ੍ਹਾਂ ਨਾਲ ਉਹਨਾਂ ਨੇ ਸਹਿ ਸੁਭਾਅ ਮੁਖ ਵਿੱਚੋਂ ਨਿਕਲ ਗਿਆ ਵੀ ਤੂੰ ਰਿਛ ਦੀ ਤਰ੍ਹਾਂ ਟੱਪਦਾ ਹੋਇਆ ਅੱਗੇ ਆਈ ਜਾਣਾ ਹੈ। ਉਸ ਗੁਰਸਿੱਖ ਨੇ ਆਖਿਆ ਪ੍ਰੇਮੀਆਂ ਮੈਂ ਤਾਂ ਰਿਛ ਨਹੀਂ, ਤੂੰ ਹੀ ਰਿਛ ਵਾਂਗੂ ਟੱਪਦਾ। ਕਮਾਇਆ ਹੋਇਆ ਬਚਨ, ਕਮਾਏ ਹੋਏ ਜੀਵਨ ਵਾਲੇ ਦਾ ਬਚਨ ਸੀ। ਜਿਵੇਂ ਸਤਿਗੁਰੂ ਕਹਿੰਦੇ ਨਿਸਬਾਸੁਰ ਨਖੱਤਰ ਬਿਨਾਸੀ, ਰਵ ਸਸੀਅਰ ਬੇਨਾਦਾ, ਗਿਰ ਬਸੁਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾਦਾ। ਫਿਰ ਸਾਧ ਸੰਗਤ ਇਸੇ ਕਰਕੇ ਰਿਛ ਦੀ ਜੂਨੀ ਪਾਉਣੀ ਪਈ ਉਹਨੂੰ। ਤੇਰੇ ਪਿਤਾ ਨੂੰ ਰਿਛ ਦੀ ਜੂਨ ਮਿਲੀ। ਮਹਾਰਾਜ ਨੇ ਆਖਿਆ ਸੇਵਾ ਕੀਤੀ, ਸੇਵਾ ਕੀਤੀ ਨਹੀਂ ਵਿਅਰਥ ਜਾਂਦੀ, ਇਹ ਕੁਥਾ ਨਹੀਂ ਪੈਂਦੀ। ਗਰੀਬ ਨਵਾਜ ਨੇ ਮਦਾਰੀ ਦੇ ਕੋਲੋਂ ਰਿਛ ਖਰੀਦ ਲਿਆ। ਮਹਾਰਾਜ ਕਹਿੰਦੇ ਭਾਈ ਰਿਛ ਖਰੀਦੋ। ਉਹ ਰਿਛ ਦਾ ਮਦਾਰੀ ਨੇ ਕਹਿੰਦੇ 25 ਰੁਪਈਏ ਉਸ ਵਕਤ ਮੰਗੇ। ਸਤਿਗੁਰੂ ਜੀ ਨੇ ਦੇ ਕੇ ਉਹ ਰਿਛ ਨੂੰ ਖਰੀਦ ਲਿਆ। ਸੱਚੇ ਪਾਤਸ਼ਾਹ ਉਧਾਰ ਕਰਨਾ ਚਾਹੁੰਦੇ ਨੇ। ਸਾਹਿਬ ਦਾ ਵੀ ਕੌਤਕ ਹੈ ਕਿਉਂਕਿ ਸੇਵਾ ਕਰਦਾ ਰਿਹਾ ਆਖਰ ਨੂੰ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਨੇ, ਆਪਾਂ ਹਜ਼ੂਰ ਸਾਹਿਬ ਜਾਈਏ ਨਾਂਦੇੜ ਦੀ ਧਰਤੀ 'ਤੇ, ਉੱਥੇ ਸਾਧ ਸੰਗਤ ਸਹਿ ਦਾ ਸ਼ਿਕਾਰ ਕੀਤਾ। ਗੁਰਸਿੱਖਾਂ ਆਖਿਆ ਮਹਾਰਾਜ ਜੀ ਇਹ ਭੋਲਾ ਜਾਨਵਰ ਮਾਰ ਦਿੱਤਾ। ਤੇ ਸਾਹਿਬ ਨੇ ਆਖਿਆ ਅਸੀਂ ਆਪਣੇ ਸਿੱਖ ਦਾ ਉਧਾਰ ਕੀਤਾ। ਪਹਿਲੇ ਜਾਮੇ ਦੇ ਵਿੱਚ ਉਹ ਭਾਈ ਮੂਲਾ ਸੀ, ਜਿਹਨੂੰ 10ਵੇਂ ਜਾਮੇ ਦੇ ਵਿੱਚ ਕਹੇ ਹੋਏ ਬਚਨਾਂ ਦੇ ਮੁਤਾਬਕ ਉਹਦਾ ਸ਼ਿਕਾਰ ਕਰਕੇ ਉਧਾਰ ਕੀਤਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਇਆ ਦੇ ਸਾਗਰ ਨੇ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਆਖਿਆ ਪ੍ਰਸ਼ਾਦ ਬਣਾਓ। ਤਾਜ਼ਾ ਪ੍ਰਸ਼ਾਦ ਬਣਾਇਆ ਗਿਆ। ਅਰਦਾਸ ਹੋਈ, ਸਾਹਿਬ ਨੇ ਭੋਗ ਲਾਇਆ। ਤੇ ਜਿਹੜਾ ਸੱਚੇ ਪਾਤਸ਼ਾਹ ਦਾ ਸ਼ੀਤ ਪ੍ਰਸ਼ਾਦ ਹੈ ਨਾ, ਜਦੋਂ ਰਿਛ ਨੂੰ ਪਾਇਆ ਗਿਆ, ਰਿਛ ਦੇ ਅੱਗੇ ਰੱਖਿਆ ਗਿਆ, ਤੇ ਸਾਧ ਸੰਗਤ ਇਤਿਹਾਸ ਵਿੱਚ ਇਉਂ ਲਿਖਿਆ ਉਹਦੇ ਮੂੰਹ ਨੂੰ ਸ਼ੀਤ ਪ੍ਰਸ਼ਾਦ ਲਿਖਿਆ। ਉਸੇ ਵਕਤ ਉਹਦੀ ਦੇਹ ਛੁੱਟ ਗਈ ਤੇ ਇਸ ਤਰ੍ਹਾਂ ਨਾਲ ਉਹ ਮੁਕਤ ਹੋ ਗਿਆ। ਧੰਨ ਧੰਨ ਕਰ ਰਿਹਾ ਮਹਾਰਾਜ ਨੂੰ। ਇਹ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਵਡਿਆਈ ਹੈ। ਜਿੱਥੇ ਨਾਮ ਜਪਣਾ ਉੱਥੇ ਸਾਧ ਸੰਗਤ ਆਪਣੀ ਜ਼ੁਬਾਨ ਨੂੰ ਕੰਟਰੋਲ ਵਿੱਚ ਰੱਖਣਾ, ਇਹ ਗੁਰਸਿੱਖ ਦੇ ਲਈ ਬਹੁਤ ਜ਼ਰੂਰੀ ਹੈ। ਅਸਲ ਵਿੱਚ ਜੋ ਜੋ ਬਚਨ ਸਾਹਿਬ ਨੇ ਬਾਣੀ ਦੇ ਵਿੱਚ ਆਖੇ ਨੇ, ਉਹਨਾਂ ਬਚਨਾਂ ਨੂੰ ਪੜ੍ਹਨਾ ਤੇ ਸਾਨੂੰ ਵਿਚਾਰਨਾ ਚਾਹੀਦਾ। ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਮਲੀ ਰੂਪ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।